ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗਗਨਦੀਪ ਪ੍ਰੋਗਰਾਮ ਟੌਪ 8 ਵਿੱਚ ਸਵਾਗਤ ਕਰਦਾ। ਦੋਸਤੋ, ਪੰਜਾਬੀ ਦੇ ਬੜੇ ਪ੍ਰਸਿੱਧ ਸ਼ਾਇਰ ਡਾਕਟਰ ਸਰਜੀਤ ਪਾਤਰ ਹੁਣੀ ਲਿਖਦੇ ਨੇ ਕਿ ਡੂੰਘੇ ਵੈਣਾ ਦਾ ਕੀ ਮਿੰਨਾ, ਡੂੰਘੇ ਵੈਣਾ ਦਾ ਕੀ ਮਿੰਨਾ, ਤਖਤਾਂ ਦੇ ਪਾਵੇ ਗਿਣੀਏ, ਤਖਤਾਂ ਦੇ ਪਾਵੇ ਗਿਣੀਏ, ਜਦ ਤੱਕ ਉਹ ਲਾਸ਼ਾਂ ਗਿਣਦੇ ਆਪਾਂ ਵੋਟਾਂ ਗਿਣੀਏ। ਤਾਂ ਦੋਸਤੋ, ਇਸ ਲਾਈਨਾਂ ਦਾ ਸੰਦਰਭ ਇਸ ਅੱਜ ਕੱਲ੍ਹ ਦੇ ਹਾਲਾਤਾਂ ਦੇ ਨਾਲ ਹੈ। ਆਪਾਂ ਕਹਿੰਦੇ ਹਾਂ ਕਿ ਜਿਹੜਾ ਮੀਡੀਆ ਹੈ ਉਹ ਲੋਕਤੰਤਰ ਦਾ ਚੌਥਾ ਥੰਮ ਹੈ। ਚਾਹੇ ਦੁਨੀਆ 'ਚ ਕਿਤੇ ਵੀ ਲੋਕਤੰਤਰ ਹੈ, ਮੀਡੀਆ ਦੀ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਲੋਕਾਂ ਦੇ ਸਾਹਮਣੇ ਸੱਚ ਲੈ ਕੇ ਆਵੇ। ਪਰ ਹੁਣ ਦੇ ਹਾਲਾਤ ਜਦੋਂ ਆਪਾਂ ਦੇਖਦੇ ਹਾਂ ਕਿ ਬਹੁਤ ਵਾਰ ਇਹ ਹੁੰਦਾ ਹੈ ਕਿ ਮੀਡੀਆ ਜਿਹੜਾ ਹੈ ਉਹ ਲੈਪ ਡੌਗ ਬਣ ਜਾਂਦਾ ਹੈ, ਜਿਹਨੂੰ ਜਿਹੜਾ ਭਾਰਤ 'ਚ ਮਸ਼ਹੂਰ ਹੈ ਗੋਦੀ ਮੀਡੀਆ ਦੀ ਨਾਂ ਦਾ ਟਰਮ ਦਿੱਤੀ ਗਈ ਹੈ। ਸੋ ਇਸੇ ਤਰ੍ਹਾਂ ਦੀਆਂ ਖਬਰਾਂ ਭਾਰਤ ਤੋਂ ਆਈਆਂ ਨੇ, ਜਿਸ ਦੇ ਵਿੱਚ ਆਪਾਂ ਦੇਖਿਆ ਕਿ ਪਿਛਲੇ ਦਿਨੀ ਭਾਰਤ ਦੇ ਇੱਕ ਬੜੇ ਮਸ਼ਹੂਰ ਪੱਤਰਕਾਰ, ਕਈ ਸੰਦਰਭਾਂ 'ਚ ਮਸ਼ਹੂਰ ਨੇ, ਅਰਨਬ ਗੋਸਵਾਮੀ, ਉਹਨਾਂ ਦੀਆਂ ਇੱਕ WhatsApp ਚੈਟਸ ਲੀਕ ਹੋਈਆਂ ਜਿਹੜੀਆਂ ਕਿ ਉਹਨਾਂ ਨੇ ਬਾਰਕ ਦੇ ਮੁਖੀ ਦੇ ਨਾਲ ਕੀਤੀਆਂ ਸਨ। ਬਾਰਕ ਇੱਕ ਅਜਿਹੀ ਸੰਸਥਾ ਹੈ ਜਿਹੜੀ ਕਿ TRP ਨੂੰ ਦੇਖਦੀ ਹੈ, ਜਿਹੜੀ TRP ਹੁੰਦੀ ਹੈ ਚੈਨਲਾਂ ਦੀ, ਕਿ ਕਿੰਨਾ ਕਿ ਚੈਨਲ ਜਿਹੜਾ ਲੋਕਾਂ ਦੁਆਰਾ ਦੇਖਿਆ ਜਾਂਦਾ ਹੈ, ਔਰ TRP ਰੇਟਿੰਗ 'ਤੇ ਚੈਨਲ ਆਪਣੀ ਮਸ਼ਹੂਰੀ ਕਰਦੇ ਨੇ ਕਿ ਅਸੀਂ ਜ਼ਿਆਦਾ ਵੱਡਾ ਚੈਨਲ ਆ, ਅਸੀਂ ਨੰਬਰ 1 ਚੈਨਲ ਆ, ਜਾਂ ਅਸੀਂ ਨੰਬਰ 1 ਚੈਨਲ ਆ। ਸੋ ਇਸ ਖਬਰ ਬਾਰੇ ਗੱਲ ਮੈਂ ਇਸ ਕਰਕੇ ਕਰ ਰਿਹਾ ਹਾਂ ਕਿ ਮੀਡੀਆ ਦੀ ਜ਼ਿੰਮੇਵਾਰੀ ਦੁਨੀਆ ਦੇ ਹਰੇਕ ਭਾਗ ਦੇ ਵਿੱਚ ਹੈ, ਚਾਹੇ ਉਹ ਭਾਰਤ ਹੈ ਚਾਹੇ ਕੈਨੇਡਾ ਹੈ। ਜਦੋਂ ਮੀਡੀਆ ਆਪਣੀ ਜ਼ਿੰਮੇਵਾਰੀ ਤੋਂ ਦੂਰ ਭੱਜਦਾ ਹੈ ਜਾਂ ਉਹ ਸਰਕਾਰਾਂ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਸਰਕਾਰਾਂ ਤੋਂ ਵੱਧ ਫਾਇਦਾ ਲਿਆ ਜਾਵੇ, ਵੱਧ ਤੋਂ ਵੱਧ ਸਾਨੂੰ ਪਬਲਿਸਿਟੀ ਮਿਲੇ, ਵੱਧ ਤੋਂ ਵੱਧ ਸਾਨੂੰ ਜਿਹੜੀ ਉਹ ਐਡ ਮਿਲੇ, ਤਾਂ ਉਹ ਮੀਡੀਆ ਚੌਥਾ ਥੰਮ ਨਹੀਂ ਰਹਿ ਜਾਂਦਾ, ਤਾਂ ਉਹ ਮੀਡੀਆ ਗੋਦੀ ਮੀਡੀਆ ਹੀ ਕਹਾਉਂਦਾ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ ਕਿ ਜਿੰਨਾ ਕਿ ਹੋ ਸਕੇ ਬੈਲੈਂਸਡ ਢੰਗ ਦੇ ਨਾਲ ਤੁਹਾਨੂੰ ਇਨਫੋਰਮੇਸ਼ਨ ਦਈਏ, ਕਿਉਂਕਿ ਮੀਡੀਆ ਦਾ ਮੇਨ ਮਕਸਦ ਇਹ ਹੁੰਦਾ ਹੈ ਕਿ ਤੁਹਾਨੂੰ ਲੋਕਾਂ ਤੱਕ ਇਨਫੋਰਮੇਸ਼ਨ ਲੈ ਕੇ ਜਾਣੀ ਔਰ ਸਹੀ ਇਨਫੋਰਮੇਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕਰਨੀ। ਜਿੰਨਾ ਨਿਊਟਰਲ ਹੋ ਕੇ ਚੱਲਣ ਦੀ ਕੋਸ਼ਿਸ਼ ਮੀਡੀਆ ਕਰ ਸਕੇ ਉਨੀ ਕਰਨੀ ਚਾਹੀਦੀ ਹੈ, ਤਾਂ ਕਿ ਜਿਹੜਾ ਕਨਕਲੂਜ਼ਨ ਹੈ ਲੋਕੀ ਕੱਢਣ, ਲੋਕ ਹਿੱਤਾਂ ਦੀ ਗੱਲ ਹੋਣੀ ਚਾਹੀਦੀ ਹੈ, ਤਾਂ ਕਿ ਲੋਕਾਂ ਦੇ ਜਿਹੜੇ ਦੁੱਖ ਨੇ, ਦਰਦ ਨੇ, ਤਕਲੀਫਾਂ ਨੇ, ਉਹਨਾਂ ਦੀ ਆਵਾਜ਼ ਜਿਹੜੀ ਉਹ ਤਖਤਾਂ ਤੱਕ ਪਹੁੰਚੇ। ਉੱਥੇ ਇਹ ਨਹੀਂ ਹੋਣਾ ਚਾਹੀਦਾ ਮੀਡੀਆ ਦਾ ਮਕਸਦ ਕਿ ਉਹਨਾਂ ਨੇ ਆਪਣਾ ਹੀ ਫਾਇਦਾ ਦੇਖਣਾ ਹੈ, ਚਾਹੇ ਉਹ ਆਰਥਿਕ ਫਾਇਦਾ ਲਗਾ ਲਓ, ਚਾਹੇ ਆਪਣੇ ਚੈਨਲ ਦਾ ਫਾਇਦਾ ਲਗਾ ਲਓ। ਸੋ ਇਹ ਜਿਹੜਾ ਉੱਥੇ ਚੱਲ ਰਿਹਾ ਹੈ WhatsApp ਲੀਕਸ ਦਾ ਮਾਮਲਾ, ਜਿਸ ਦੇ ਉੱਤੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਵਿਰੋਧੀ ਪਾਰਟੀਆਂ ਵੀ ਹੌਲੀ ਹੌਲੀ ਗਰਮ ਹੋ ਰਹੀਆਂ ਨੇ ਇਸ ਮਾਮਲੇ ਦੇ ਵਿੱਚ, ਪਰ ਇਸ ਨੇ ਇੱਕ ਕੁਐਸਚਨ ਮਾਰਕ ਲਗਾਇਆ ਹੈ ਕਿ ਮੀਡੀਆ ਜਿਹੜਾ ਹੈ ਉਹ ਬਹੁਤ ਬਦਲ ਚੁੱਕਾ ਹੈ ਔਰ ਮੀਡੀਆ ਜਿਹੜਾ ਆਪਣੀ ਜ਼ਿੰਮੇਵਾਰੀ ਤੋਂ ਉਹ ਬੜਾ ਦੂਰ ਜਾ ਚੁੱਕਾ ਹੈ। ਬਹੁਤ ਘੱਟ ਜਿਹੜੇ ਚੈਨਲ ਇਸ ਤਰ੍ਹਾਂ ਦੇ ਰਹਿ ਗਏ ਨੇ ਜਿਹੜੇ ਕਿ ਇਸ ਤਰ੍ਹਾਂ ਲੀਪਾ ਪੋਤੀ ਕਰਕੇ ਨਿਊਜ਼ ਨਹੀਂ ਦਿਖਾਉਂਦੇ, ਜਿਹੜਾ ਕਿ ਸੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਗੱਲ ਕਰਾਂਗੇ ਵੱਖੋ ਵੱਖਰੀਆਂ ਖਬਰਾਂ ਦੀ, ਚਾਹੇ ਉਹ ਕੈਨੇਡਾ ਨਾਲ ਸੰਬੰਧਿਤ ਨੇ, ਚਾਹੇ ਉਹ ਦੁਨੀਆ ਦੇ ਹੋਰ ਭਾਗਾਂ ਨਾਲ ਸੰਬੰਧਿਤ ਨੇ, ਚਾਹੇ ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ ਨਾਲ ਸੰਬੰਧਿਤ ਨੇ। ਸੋ ਉਸ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਖਬਰ ਹੈ ਉਹ ਕੈਨੇਡਾ ਦੀ ਹੀ ਆਪਾਂ ਗੱਲ ਕਰਦੇ ਹਾਂ। ਸੋ ਕੈਨੇਡਾ ਦੇ ਵਿੱਚ ਜੋ ਪਿਛਲੇ ਹਫ਼ਤੇ ਕੈਨੇਡਾ ਦੀ ਗਵਰਨਰ ਜਨਰਲ ਜੂਲੀ ਪਾਇਟ, ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖੀਏ, ਗਵਰਨਰ ਜਨਰਲ ਦਾ ਜਿਹੜਾ ਅਹੁਦਾ ਹੈ ਇੱਕ ਸੰਵਿਧਾਨਿਕ ਅਹੁਦਾ ਹੈ, ਉਹ ਕੁਈਨ ਨੂੰ ਰਿਪਰੈਜ਼ੈਂਟ ਕਰਦੀ ਹੈ ਔਰ ਕੁਈਨ ਨੂੰ ਰਿਪਰੈਜ਼ੈਂਟੇਸ਼ਨ ਦੇਣ ਲਈ ਇਸ ਅਹੁਦੇ ਨੂੰ ਕ੍ਰੀਏਟ ਕੀਤਾ ਗਿਆ। ਆਪਾਂ ਜਾਣਦੇ ਕੈਨੇਡਾ ਦੇ ਵਿੱਚ ਅਜੇ ਵੀ ਆਪਾਂ ਜੋ ਡਾਲਰ ਦੇਖਦੇ ਹਾਂ ਤੇ ਉੱਤੇ ਬਹੁਤ ਸਾਰੇ ਜਿਹੜੇ ਡਾਲਰ ਬਿਲਸ ਆ ਉਹਨਾਂ ਦੇ ਉੱਤੇ ਕੁਈਨ ਦੀ ਤਸਵੀਰ ਹੈ। ਕੁਈਨ ਦੇ ਨਾਂ 'ਤੇ ਆਪਾਂ ਸਹੁੰ ਚੁੱਕਦੇ ਹਾਂ ਜਦੋਂ ਸਿਟੀਜ਼ਨਸ਼ਿਪ ਲੈਂਦੇ ਹਾਂ, ਤਾਂ ਉਸ ਨੂੰ ਇੱਕ ਤਰ੍ਹਾਂ ਦਾ ਰਿਪਰੈਜ਼ੈਂਟੇਸ਼ਨ ਦੇਣ ਲਈ ਇਸ ਅਹੁਦੇ ਦੀ ਜਿਹੜੀ ਹੈ ਕੈਨੇਡਾ ਦੇ ਵਿੱਚ ਜ਼ਰੂਰਤ ਹੈ ਔਰ ਪ੍ਰਧਾਨ ਮੰਤਰੀ ਹੀ ਇਸ ਦੀ ਸਿਫਾਰਿਸ਼ ਕਰਦੇ ਨੇ ਕਿ ਇਸ ਵਿਅਕਤੀ ਨੂੰ ਇਸ ਅਹੁਦੇ 'ਤੇ ਲਗਾਇਆ ਜਾਵੇ ਔਰ ਬਹੁਤ ਜ਼ਿਆਦਾ ਸਕਰੂਟਨਾਈਜੇਸ਼ਨ ਹੁੰਦੀ ਹੈ, ਜਾਂਚਿਆ ਜਾਂਦਾ ਹੈ, ਪਰਖਿਆ ਜਾਂਦਾ ਕਿ ਵਿਅਕਤੀ ਅਹੁਦੇ ਦੇ ਯੋਗ ਹੈ ਜਾਂ ਨਹੀਂ ਹੈ। ਸੋ ਥੋੜ੍ਹੀ ਜਿਹੀ ਆਪਾਂ ਪਹਿਲਾਂ ਜੂਲੀ ਪਾਇਟ ਬਾਰੇ ਹਿਸਟਰੀ ਕਿ ਉਹ ਕੌਣ ਨੇ, ਕਿਸ ਤਰ੍ਹਾਂ ਇਸ ਅਹੁਦੇ ਤੱਕ ਪਹੁੰਚੇ, ਇਸ ਬਾਰੇ ਗੱਲ ਕਰਦੇ ਹਾਂ। 1963 'ਚ ਉਹਨਾਂ ਦਾ ਜਨਮ ਹੋਇਆ ਔਰ ਮੌਂਟਰੀਅਲ ਕਿਊਬੈਕ ਦੇ ਵਿੱਚ ਉਹਨਾਂ ਦੀ ਪੜ੍ਹਾਈ ਹੈ ਜਿਹੜੀ ਮੁੱਢਲੀ ਐਜੂਕੇਸ਼ਨ। ਉਸ ਤੋਂ ਬਾਅਦ ਉਹਨਾਂ ਨੇ ਮੈਕਗਿਲ ਯੂਨੀਵਰਸਿਟੀ ਜਿਹੜੀ ਕਿ ਉਹ ਵੀ ਕਿਊਬੈਕ 'ਚ, ਉਸ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਕੀਤੀ। ਯੂਨੀਵਰਸਿਟੀ ਆਫ ਟੋਰਾਂਟੋ ਤੋਂ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ ਕੀਤੀ
ਮਾਸਟਰਸ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਇੰਜੀਨੀਅਰਿੰਗ ਦੇ ਪ੍ਰੋਫੈਸ਼ਨ 'ਚ ਪੈ ਗਏ। ਉਸ ਤੋਂ ਬਾਅਦ ਉਹ ਜਿਹੜੇ ਐਸਟਰੋਨੌਟ ਬਣੇ, ਜਿਹੜਾ ਕਿ ਸਪੇਸ ਸਾਇੰਸਿਸ ਦੇ ਵਿੱਚ ਉਹਨਾਂ ਦਾ ਇੰਟਰਸਟ ਪੈ ਗਿਆ ਔਰ ਬਹੁਤ ਵੱਡੀ ਜਿਹੜੀ ਸਕਰੂਟਨਾਈਜੇਸ਼ਨ ਤੋਂ ਬਾਅਦ, ਬਹੁਤ ਜ਼ਿਆਦਾ ਜਾਂਚ ਪਰਖ ਤੋਂ ਬਾਅਦ ਉਹਨਾਂ ਨੂੰ ਕੈਨੇਡੀਅਨ ਸਪੇਸ ਸਾਇੰਸ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤਾ ਗਿਆ। ਉਸ 'ਤੇ ਵੀ ਉਹਨਾਂ ਨੇ ਬਹੁਤ ਪਲਾਂਘਾਂ ਪੱਟੀਆਂ, ਸਪੇਸ ਮਿਸ਼ਨ 'ਤੇ ਵੀ ਗਏ। ਪਹਿਲੇ ਇਸ ਤਰ੍ਹਾਂ ਦੀ ਮਹਿਲਾ ਬਣੀ ਉਹ ਕੈਨੇਡਾ ਵੱਲੋਂ ਜਿਹੜੀ ਉਸ ਮਿਸ਼ਨ 'ਤੇ ਗਈ ਔਰ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੀਆਂ ਲੈਂਗੁਏਜਸ 'ਚ ਵੀ ਉਹਨਾਂ ਦੀ ਮਹਾਰਤ ਹੈ। ਆਪਣੇ ਫਰੈਂਚ ਅਤੇ ਇੰਗਲਿਸ਼ ਤਾਂ ਫਲੂਐਂਟ ਹੈਗੇ। ਇਸ ਤੋਂ ਬਿਨਾਂ ਵੀ ਉਹ ਰਸ਼ੀਅਨ, ਜਰਮਨ, ਸਪੈਨਿਸ਼ ਇਸ ਤਰ੍ਹਾਂ ਦੀਆਂ ਭਾਸ਼ਾ ਵੀ ਜਾਣਦੇ ਨੇ, ਬੋਲਣਾ ਵੀ ਜਾਣਦੇ ਨੇ। ਸੋ ਇੱਕ ਤਰ੍ਹਾਂ ਦੀ ਮਲਟੀ ਟੈਲੈਂਟਡ ਪਰਸਨੈਲਿਟੀ ਸੀ ਔਰ ਉਹਨਾਂ ਦੀ ਇਸ ਕਰਕੇ ਚੋਣ ਹੋਈ, ਕਿਉਂਕਿ ਸਪੇਸ ਪ੍ਰੋਗਰਾਮ 'ਚ ਵੀ ਉਹਨਾਂ ਦਾ ਬੜਾ ਵੱਡਾ ਰੋਲ ਰਿਹਾ। ਚੋਣ ਹੋਣ ਤੋਂ ਬਾਅਦ ਵੀ ਉਹਨਾਂ ਦੇ 1-2 ਜਿਹੜੇ ਘਰੇਲੂ ਹਿੰਸਾ ਦੇ ਮਾਮਲੇ ਦੀ ਰਿਪੋਰਟ ਵੀ ਸਾਹਮਣੇ ਆਈ, ਪਰ ਇਸ ਤਰ੍ਹਾਂ ਹੀ ਕਿਹਾ ਗਿਆ ਕਿ ਇਹ ਮਾਮਲੇ ਜਿਹੜੇ ਖਤਮ ਹੋ ਚੁੱਕੇ ਨੇ ਔਰ ਇਸ 'ਤੇ ਉਹਨਾਂ ਦਾ ਕੋਈ ਰੋਲ ਨਹੀਂ ਸੀ। ਪਰ ਜਦੋਂ ਉਹਨਾਂ ਨੇ ਆਪਣੇ ਗਵਰਨਰ ਜਨਰਲ ਦੇ ਅਹੁਦੇ ਦਾ ਪੋਜੀਸ਼ਨ ਸੰਭਾਲ ਲਈ, ਉਸ ਤੋਂ ਕੁਝ ਦੇਰ ਤੱਕ ਤਾਂ ਸਭ ਕੁਝ ਠੀਕ ਰਿਹਾ, ਪਰ ਫਿਰ ਉਹਨਾਂ ਦੇ ਆਫਿਸ 'ਚੋਂ ਇਹ ਰਿਪੋਰਟਾਂ ਆਉਣੀਆਂ ਸਾਹਮਣੇ ਹੋਈਆਂ ਕਿ ਉੱਥੇ ਜਿਹੜਾ ਆਫਿਸ ਦਾ ਮਾਹੌਲ ਸਾਜ਼ਗਾਰ ਨਹੀਂ ਹੈ। ਤਾਂ ਦੋਸਤੋ, ਆਪਾਂ ਜਿੱਥੇ ਕਿਤੇ ਵੀ ਕੰਮ ਕਰਦੇ ਹਾਂ, ਜਿਹੜੀ ਆਪਣੀ ਵਰਕ ਪਲੇਸ ਹੈ, ਜੇਕਰ ਉਸ ਵਰਕ ਪਲੇਸ ਦੇ ਵਿੱਚ ਹੀ ਮਾਹੌਲ ਵਧੀਆ ਨਾ ਹੋਵੇ ਤਾਂ ਜ਼ਿੰਦਗੀ ਬੜੀ ਔਖੀ ਹੋ ਜਾਂਦੀ ਹੈ, ਕਿਉਂਕਿ ਆਪਾਂ ਬਹੁਤ ਸਾਰਾ ਸਮਾਂ ਆਪਣੀ ਵਰਕ ਪਲੇਸ 'ਤੇ ਗੁਜ਼ਾਰਦੇ ਹਾਂ। ਉੱਥੇ ਜਿਹੜੇ ਆਪਣੇ ਜੇਕਰ ਟੌਪ ਬੌਸ ਵੱਲੋਂ ਹੀ ਸਾਨੂੰ ਲੱਗੇ ਕਿ ਇੱਥੇ ਸਾਨੂੰ ਉਸ ਤਰ੍ਹਾਂ ਦਾ ਮਾਹੌਲ ਨਹੀਂ ਮਿਲ ਰਿਹਾ ਜਿਸ ਨਾਲ ਅਸੀਂ ਆਰਾਮ ਨਾਲ ਕੰਮ ਕਰ ਸਕੀਏ, ਤਾਂ ਘੁੱਟਣ ਭਰਿਆ ਮਾਹੌਲ ਹੋ ਜਾਂਦਾ। ਤਾਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ, ਇਹ ਵੀ ਮੀਡੀਆ ਵੱਲੋਂ ਲਿਆਂਦੀਆਂ ਗਈਆਂ। ਇਸ ਤਰ੍ਹਾਂ ਮੈਂ ਗੱਲ ਕੀਤੀ ਕਿ ਮੀਡੀਆ ਨੇ ਸਹੀ ਰਿਪੋਰਟ ਦਿਖਾਉਣੀ ਹੁੰਦੀ ਹੈ, ਤਾਂ ਮੀਡੀਆ ਤੋਂ CBC ਨਿਊਜ਼ ਵੱਲੋਂ ਇਹ ਰਿਪੋਰਟ ਲਿਆਂਦੀ ਗਈ। ਐਸ਼ਲੀ ਬਰਕਸ ਉਹਨਾਂ ਦੀ ਇੱਕ ਪੱਤਰਕਾਰ ਹੈ, ਉਸਨੇ ਇਹ ਨਿਊਜ਼ ਰਿਪੋਰਟ ਨਸ਼ਰ ਕੀਤੀ ਕੁਝ ਦੇਰ ਪਹਿਲਾਂ। ਉਸ ਤੋਂ ਬਾਅਦ ਇੱਕ ਇੰਡੀਪੈਂਡੈਂਟ ਇਨਕੁਆਇਰੀ ਬਿਠਾਈ ਗਈ, ਪ੍ਰਾਈਵੇਟ ਏਜੰਸੀ ਨੇ ਇਨਕੁਆਇਰੀ ਕੀਤੀ। ਬਹੁਤ ਵੱਡੀ ਇਨਕੁਆਇਰੀ ਸੀ ਔਰ ਬਹੁਤ ਖਰਚੀਲੀ ਇਨਕੁਆਇਰੀ ਹੋਈ। ਉਸ ਇਨਕੁਆਇਰੀ 'ਚ ਵੀ ਇਹ ਸਾਬਤ ਹੋਇਆ ਕਿ ਉੱਥੇ ਇਸ ਤਰ੍ਹਾਂ ਦਾ ਮਾਹੌਲ ਸੀ। ਸੋ ਇਸ ਤੋਂ ਬਾਅਦ 2 ਰਸਤੇ ਹੀ ਬਚਦੇ ਸਨ ਕਿ ਜਾਂ ਤਾਂ ਜੂਲੀ ਪਾਇਟ ਹੁਣਾਂ ਨੂੰ ਟਰਮੀਨੇਟ ਕੀਤਾ ਜਾਵੇ ਸਰਕਾਰ ਵੱਲੋਂ ਤੇ ਜਾਂ ਉਹ ਅਸਤੀਫਾ ਦੇ ਦੇਣ। ਸੋ ਇਸ ਲਈ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਔਰ ਨਵੇਂ ਗਵਰਨਰ ਜਨਰਲ ਦੀ ਚੋਣ ਹੋਏਗੀ, ਉਸ ਲਈ ਜਿਹੜੀ ਖੋਜ ਜਾਰੀ ਹੈ। ਪਰ ਇਸ ਨੇ ਇੱਕ ਵਾਰ ਦਿਖਾ ਦਿੱਤਾ, ਇਸ ਖਬਰ ਨੇ, ਕਿ ਤੁਸੀਂ ਜਿਸ ਮਰਜ਼ੀ ਵੱਡੇ ਅਹੁਦੇ 'ਤੇ ਪਹੁੰਚ ਜਾਓ, ਜੇਕਰ ਤੁਹਾਡਾ ਜਿਹੜਾ ਮਨ ਹੈ ਉਸ ਦੇ ਉੱਤੇ ਕੰਟਰੋਲ ਚਾਹੀਦਾ ਔਰ ਉਸ ਦੇ ਉੱਤੇ ਇਸ ਤਰ੍ਹਾਂ ਦੀ ਜਿਹੜੀ ਚਾਹੀਦੀ ਹੈ ਕੰਟਰੋਲ ਕਿ ਲੋਕ ਜਿਹੜੇ ਤੁਹਾਡੇ ਅੰਡਰ ਕੰਮ ਕਰ ਰਹੇ ਨੇ ਉਹਨਾਂ ਨੂੰ ਇੱਕ ਵਧੀਆ ਮਾਹੌਲ ਮਿਲੇ ਔਰ ਉਹ ਆਰਾਮ ਨਾਲ ਕੰਮ ਕਰ ਸਕਣ। ਇਸੇ ਲਈ ਗੁਰਬਾਣੀ 'ਚ ਗਿਆ, ਮਨ ਜੀਤੇ ਜਗਜੀਤ। ਪਰ ਇੱਥੇ ਆ ਕੇ ਇੰਨੀ ਉੱਚੀ ਪੋਜੀਸ਼ਨ 'ਤੇ ਪਹੁੰਚ ਕੇ ਵੀ ਔਰ ਜ਼ਿੰਦਗੀ ਦੇ ਵਿੱਚ ਇੰਨੀਆਂ ਜਿਹੜੀਆਂ ਮੰਜ਼ਿਲਾਂ ਛੂਹ ਕੇ ਵੀ ਜੂਲੀ ਪਾਇਟ ਇੱਥੇ ਆ ਕੇ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾ ਨਹੀਂ ਸਕੇ। ਤਾਂ ਸਭ ਤੋਂ ਪਹਿਲੀ ਆਪਣੀ ਇਸ ਰਿਪੋਰਟ 'ਚ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਗਵਰਨਰ ਜਨਰਲ ਦੇ ਅਹੁਦੇ ਤੋਂ ਜੂਲੀ ਪਾਇਟ ਨੂੰ ਅਸਤੀਫਾ ਦੇਣਾ। ਕੈਨੇਡਾ ਦੀ ਗਵਰਨਰ ਜਨਰਲ ਅਤੇ ਮਹਾਰਾਣੀ ਐਲਿਜ਼ਾਬੈਥ ਦੂਜੀ ਦੀ ਪ੍ਰਤੀਨਿਧੀ ਜੂਲੀ ਪਾਇਟ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਜਿਹਾ ਉਹਨਾਂ ਨੇ ਆਪਣੇ ਦਫ਼ਤਰ ਤੇ ਲਗਾਏ ਗਏ ਕਥਿਤ ਕਾਰਜਸਥਲ ਤੇ ਪਰੇਸ਼ਾਨ ਕਰਨ ਦੇ ਦਾਅਵਿਆਂ ਨੂੰ ਲੈ ਕੇ ਕੀਤਾ ਹੈ। ਸਰਕਾਰ ਨੇ ਪਿਛਲੇ ਸਾਲ ਜੁਲਾਈ ਦੇ ਵਿੱਚ ਦੋਸ਼ਾਂ ਦੀ ਸਮੀਖਿਆ ਕੀਤੀ ਸੀ। ਉਦੋਂ ਗਵਰਨਰ ਜਨਰਲ ਦੀ ਅਧਿਕਾਰਤ ਰਿਹਾਇਸ਼ ਵਿਜੋ ਹਾਲ ਦੇ ਵਿੱਚ ਖਰਾਬ ਵਾਤਾਵਰਣ ਦੇ ਦੋਸ਼ ਵੀ ਲੱਗੇ ਸਨ। ਜੂਲੀ ਪਾਇਟ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਮੇਰੇ ਦਫ਼ਤਰ ਦੀ ਅਖੰਡਤਾ ਤੇ ਸਾਡੇ ਦੇਸ਼ ਤੇ ਲੋਕਤੰਤਰੀ ਸੰਸਥਾਵਾਂ ਦੀ ਭਲਾਈ ਲਈ ਮੈਂ ਇਸ ਨਤੀਜੇ ਤੇ ਪਹੁੰਚੀ ਕਿ ਨਵੇਂ ਗਵਰਨਰ ਜਨਰਲ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ ਅਤੇ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੇ ਫੈਸਲੇ ਬਾਰੇ ਦੱਸ ਦਿੱਤਾ ਹੈ। ਜਾਣਕਾਰੀ ਦੱਸਦੇ ਕਿ ਗਵਰਨਰ ਜਨਰਲ ਦੇ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਵਰਤਮਾਨ ਅਤੇ ਸਾਬਕਾ ਕਰਮਚਾਰੀਆਂ ਨੇ ਦੋਸ਼ ਲਾਇਆ ਸੀ ਕਿ ਜੂਲੀ ਪਾਇਟ ਉਹਨਾਂ ਨੂੰ ਧਮਕਾਉਂਦੀ, ਜਨਤਕ ਤੌਰ ਤੇ ਅਪਮਾਨ ਕਰਦੀ ਅਤੇ ਕਰਮਚਾਰੀਆਂ ਨਾਲ ਧੱਕੇਸ਼ਾਹੀ ਅਤੇ ਦੁਰਵਿਵਹਾਰ ਕਰਦੀ ਹੈ, ਜਿਸ ਕਾਰਨ ਕੁਝ EMPLOYEES ਨੇ ਤੰਗ ਆ ਕੇ ਦਫ਼ਤਰ ਛੱਡ ਦਿੱਤਾ ਸੀ। ਜੂਲੀ ਪਾਇਟ ਨੇ ਦੋਸ਼ਾਂ ਤੇ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਉਹਨਾਂ ਨੇ ਇਸ ਮੁੱਦੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ। ਕੈਨੇਡਾ ਦੇ ਇਤਿਹਾਸ ਦੇ ਵਿੱਚ ਵਿਸ਼ੇਸ਼ ਰੂਪ ਨਾਲ ਅਜਿਹੀਆਂ ਹਾਲਤਾਂ ਦੇ ਵਿੱਚ ਇੱਕ ਗਵਰਨਰ ਜਨਰਲ ਦਾ ਅਸਤੀਫਾ ਬੇਮਿਸਾਲ ਹੈ। ਆਪਣੇ ਅਸਤੀਫੇ ਦੀ ਘੋਸ਼ਣਾ ਕਰਦਿਆਂ ਜੂਲੀ ਪਾਇਟ ਨੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਰਿਜੋ ਹਾਲ ਦੇ ਵਿੱਚ ਜਾਰੀ ਤਣਾਅ ਨੂੰ ਲੈ ਕੇ ਮਾਫੀ ਮੰਗੀ। ਉਹਨਾਂ ਨੇ ਕਿਹਾ ਕਿ ਹਰ ਕਿਸੇ ਨੂੰ ਹਰ ਸਮੇਂ ਅਤੇ ਸਾਰੇ ਹਾਲਤਾਂ ਵਿੱਚ ਇੱਕ ਸਿਹਤਮੰਦ ਅਤੇ ਸੁਰੱਖਿਅਤ ਕਾਰਜ ਵਾਤਾਵਰਣ ਦਾ ਅਧਿਕਾਰ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਹਮੇਸ਼ਾ ਅਜਿਹਾ ਨਹੀਂ ਰਿਹਾ ਅਤੇ ਇਸ ਲਈ ਮੈਨੂੰ ਅਫਸੋਸ ਹੈ। ਸੋ ਦੋਸਤੋ, ਪ੍ਰੋਗਰਾਮ ਦੇ ਅਗਲੇ ਪੜਾਅ 'ਚ ਆਪਾਂ ਗੱਲ ਕਰਦੇ ਹਾਂ ਕੋਵਿਡ-19 ਦੀ ਜੋ ਸਿਚੁਏਸ਼ਨ ਹੈ, ਖਾਸ ਤੌਰ 'ਤੇ ਕੈਨੇਡਾ ਦੇ ਵਿੱਚ ਇਸ ਵੇਲੇ, ਕਿਉਂਕਿ ਸਟੇ ਐਟ ਹੋਮ ਦੇ ਆਰਡਰਸ ਅੰਟਾਰੀਓ ਦੇ ਵਿੱਚ ਵੀ ਲੱਗੇ ਹੋਏ ਨੇ ਔਰ ਦੇਸ਼ ਦੇ ਬਾਕੀ ਭਾਗਾਂ ਦੇ ਵਿੱਚ ਵੀ ਕਾਫੀ ਰਿਸਟ੍ਰਿਕਸ਼ਨਸ ਨੇ। ਜੇਕਰ ਅੰਟਾਰੀਓ ਦੀ ਗੱਲ ਕਰੀਏ ਤਾਂ ਅੱਜ ਵੀ 2000 ਤੋਂ ਵੱਧ ਕੇਸ ਰਿਪੋਰਟ ਕੀਤੇ ਗਏ, ਪਰ ਪਿਛਲੇ ਦਿਨਾਂ ਤੋਂ ਹੁਣ ਕੇਸਿਸ ਜਿਹੜੇ ਉਹ ਘਟ ਰਹੇ ਨੇ।
ਸੋ ਇਸ ਤੋਂ ਇਹੀ ਲੱਗਦਾ ਕਿ ਜਿਹੜੀਆਂ ਰਿਸਟ੍ਰਿਕਸ਼ਨਸ ਦਾ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ, ਸਾਡੇ ਜਿਹੜਾ ਹੈਲਥ ਸਿਸਟਮ ਹੈ ਉਸ ਦੇ ਉੱਤੇ ਬੋਝ ਥੋੜ੍ਹਾ ਘੱਟ ਹੋ ਰਿਹਾ ਹੈ। ਪਰ ਮੌਤਾਂ ਦੀ ਗਿਣਤੀ ਹਜੇ ਵੀ ਕਾਫੀ ਵੱਧ ਹੈ। ਕੱਲ੍ਹ ਵੀ 80 ਤੋਂ ਵੱਧ ਮੌਤਾਂ ਜਿਹੜੀਆਂ ਰਿਪੋਰਟ ਕੀਤੀਆਂ ਗਈਆਂ। ਸੋ ਇਸ ਕਰਕੇ ਕਿਸੇ ਪਾਸਿਓਂ ਆਸ ਦੀ ਕਿਰਨ ਵੀ ਦਿਖ ਰਹੀ ਹੈ, ਪਰ ਨਾਲ ਦੀ ਨਾਲ ਹਜੇ ਵੀ ਸਥਿਤੀ ਦੀ ਗੰਭੀਰਤਾ ਬਣੀ ਹੋਈ ਹੈ। ਦੇਸ਼ ਦੀ ਟੌਪ ਡਾਕਟਰ ਥਰੀਸਾ ਟੈਮ ਨੇ ਵੀ ਇਹੀ ਕਿਹਾ ਕਿ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹ ਜਾਰੀ ਰੱਖਣੀਆਂ ਚਾਹੀਦੀਆਂ ਔਰ ਇਸ ਤੋਂ ਵੀ ਵਧਾਉਣੀਆਂ ਚਾਹੀਦੀਆਂ, ਈਜ਼ ਡਾਊਨ ਨਹੀਂ ਕਰਨਾ ਚਾਹੀਦਾ। ਇਸੇ ਕਰਕੇ ਪ੍ਰਧਾਨ ਮੰਤਰੀ ਟਰੂਡੋ ਨੇ ਵੀ ਇਹ ਕਿਹਾ ਕਿ ਜਿਹੜੇ ਲੋਕ ਟਰੈਵਲਰਸ ਆ ਰਹੇ ਨੇ ਕੈਨੇਡਾ ਦੇ ਵਿੱਚ, ਔਰ ਇਹ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ ਕੁਝ ਲੋਕ ਜਿਹੜੇ ਕੁਆਰੰਟੀਨ ਦੇ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਨਹੀਂ ਕਰਦੇ, ਉਸ 'ਤੇ ਹੁਣ ਜ਼ਿਆਦਾ ਜਿਹੜੀਆਂ ਰਿਸਟ੍ਰਿਕਸ਼ਨਸ ਵਧਾਈਆਂ ਜਾ ਸਕਦੀਆਂ ਨੇ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਸਰਕਾਰ ਵੱਲੋਂ, ਫੈਡਰਲ ਗਵਰਨਮੈਂਟ ਵੱਲੋਂ ਇਸ ਤਰ੍ਹਾਂ ਦਾ ਕੋਈ ਹੁਕਮ ਆਵੇ ਕਿ ਜਿਹੜੇ ਵੀ ਟਰੈਵਲਰ ਆਉਂਦੇ ਨੇ ਉਹਨਾਂ ਨੂੰ ਹੋਟਲ ਦੇ ਵਿੱਚ 15 ਦਿਨ ਲਈ ਕੁਆਰੰਟੀਨ ਕੀਤਾ ਜਾਵੇ। ਸੋ ਇਸ ਤਰ੍ਹਾਂ ਕੇਸ ਵੱਧ ਰਹੇ ਨੇ, ਅਤੇ ਨਾਲ ਦੀ ਨਾਲ ਜਿਹੜੇ ਨਵੇਂ ਵੇਰੀਐਂਟ ਆ ਉਹਨਾਂ ਦਾ ਖਤਰਾ ਵੀ ਬਹੁਤ ਵੱਧ ਰਿਹਾ। ਇਸ ਬਾਰੇ ਵੀ ਡਾਕਟਰਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਜਿਹੜੇ ਨਵੇਂ ਵੇਰੀਐਂਟ ਹੈ, ਚਾਹੇ UK ਵੇਰੀਐਂਟ ਹੈ, ਚਾਹੇ ਕਿਸੇ ਹੋਰ ਅਫਰੀਕਨ ਕੰਟਰੀ ਤੋਂ ਜਿਹੜੇ ਵੇਰੀਐਂਟ ਆਏ ਨੇ, ਉਹਨਾਂ ਕਰਕੇ ਜਿਹੜਾ ਕੋਵਿਡ ਦੀ ਸਥਿਤੀ ਇੱਕਦਮ ਖਤਰਨਾਕ ਹੋ ਜਾਂਦੀ। ਇਸੇ ਤਰ੍ਹਾਂ ਦੇ ਕੇਸ ਬੇਰੀ ontario ਦੇ ਵਿੱਚ ਲੌਂਗ ਟਰਮ ਕੇਅਰ ਸੈਂਟਰ ਦੇ ਵਿੱਚ ਸਾਹਮਣੇ ਆਇਆ। ਉੱਥੇ ਇਸ ਤਰ੍ਹਾਂ ਦੇ ਵੇਰੀਐਂਟ ਦੇ ਕਰਕੇ ਉੱਥੋਂ ਦੇ ਲਗਭਗ 129 ਰੈਜ਼ੀਡੈਂਟਸ ਦੇ ਵਿੱਚੋਂ 127 ਰੈਜ਼ੀਡੈਂਟਸ ਕੋਵਿਡ ਦਾ ਸ਼ਿਕਾਰ ਹੋ ਗਏ। ਇਕੱਠੇ ਸਾਰੇ ਰੈਜ਼ੀਡੈਂਟਸ ਜਿਹੜੇ ਉਹਨਾਂ ਦੀ ਰਿਪੋਰਟ ਪੋਜ਼ੀਟਿਵ ਆਈ। ਸੋ ਇਹ ਬੜੀ ਚਿੰਤਾਜਨਕ ਹਾਲਾਤ ਹੋ ਜਾਂਦੀ ਹੈ ਕਿ ਜਦੋਂ ਜਿਹੜੇ ਸਾਡੇ ਬਜ਼ੁਰਗ ਜਿਹੜੇ ਲੌਂਗ ਟਰਮ ਕੇਅਰ ਸੈਂਟਰਸ ਦੇ ਵਿੱਚ ਰਹਿੰਦੇ ਨੇ, ਉੱਥੇ ਕੋਈ ਵੇਰੀਐਂਟ ਜਾਂ ਕੋਰੋਨਾ ਦਾ ਕੇਸ ਸਾਹਮਣੇ ਆਉਂਦਾ ਤਾਂ ਇੱਕਦਮ ਸਾਰਿਆਂ ਦੇ ਵਿੱਚ ਫੈਲ ਜਾਂਦਾ ਹੈ, ਔਰ ਉੱਥੇ ਜਿਹੜਾ ਉਹਨਾਂ ਦੇ ਠੀਕ ਹੋਣ ਦੇ ਹਾਲਾਤ ਆ ਉਹਨਾਂ ਦੇ ਵਿੱਚ ਮੁਸ਼ਕਲ ਨਹੀਂ, ਕਿਉਂਕਿ ਉਮਰ ਦਾ ਤਕਾਜ਼ਾ ਹੁੰਦਾ ਹੈ। ਇਸ ਕਰਕੇ ਹਜੇ ਜਿਹੜੇ ਰਿਸਟ੍ਰਿਕਸ਼ਨਸ ਆ ਉਹਨਾਂ ਦੀ ਨੂੰ ਈਜ਼ ਡਾਊਨ ਕਰਨ ਬਾਰੇ ਸਰਕਾਰ ਨਹੀਂ ਸੋਚ ਰਹੀ, ਬਲਕਿ ਉਹਨਾਂ ਨੂੰ ਵਧਾਉਣ ਲਈ ਸੋਚ ਰਹੀ ਹੈ। ontario ਗਵਰਨਮੈਂਟ ਵੀ ਲਗਾਤਾਰ ਅਪੀਲ ਕਰ ਰਹੀ ਹੈ। ਆਪਾਂ ਦੇਖਿਆ ਪਿਛਲੇ ਦਿਨੀ ਡਗ ਫੋਰਡ ਉਹਨਾਂ ਨੇ ਸਾਰੀਆਂ ਲਗਭਗ ਕਾਫੀ ਭਾਸ਼ਾਵਾਂ ਦੇ ਵਿੱਚ ਜਿਹੜੇ ਇੱਥੇ ontario ਦੇ ਵਿੱਚ ਲੋਕ ਰਹਿੰਦੇ ਨੇ, ਕਿਉਂਕਿ ਮਲਟੀ ਕਲਚਰਡ ਸਿਟੀ ਹੈ, ਉਸ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਦੇ ਵਿੱਚ ਰੋਜ਼ ਸਟੇ ਐਟ ਹੋਮ। ਉਹਨਾਂ ਨੇ ਹਿੰਦੀ, ਪੰਜਾਬੀ, ਉਰਦੂ ਸਾਰੀਆਂ ਭਾਸ਼ਾਵਾਂ ਵਿੱਚ ਅਪੀਲ ਕੀਤੀ ਤਾਂ ਕਿ ਲੋਕ ਉਹਨਾਂ ਦੀ ਅਪੀਲ ਨੂੰ ਸਮਝਣ। ਇਸ ਤੋਂ ਬਿਨਾਂ ਜਿਹੜਾ ਕੈਨੇਡਾ ਪੋਸਟ ਦਾ ਵੀ ਇੱਕ ਬਹੁਤ ਵੱਡਾ ਸਾਊਥ ਸੈਂਟਰਲ ਜਿਹੜਾ ਸੈਂਟਰ ਹੈ, ਉਹਨਾਂ ਦਾ ਇੱਕ ਸੌਰਟੇਸ਼ਨ ਪਲਾਂਟ ਹੈ, ਉਸ ਦੇ ਵਿੱਚ ਵੀ ਲਗਭਗ 180 ਤੋਂ ਵੱਧ ਜਿਹੜੇ ਉਹਨਾਂ ਦੇ ਮੁਲਾਜ਼ਮ ਹੈ ਉਹ ਜਿਹੜੇ ਉਹ ਕਰੋਨਾ ਤੋਂ ਪੀੜਤ ਪਾਏ ਗਏ। ਉਹਨਾਂ ਦੇ ਟੈਸਟਿੰਗ ਜਿਹੜੀ ਕੀਤੀ ਗਈ, ਤੋ ਉਸ ਕਰਕੇ ਵੀ ਜਿਹੜੀ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਹੁਣ ਜਿਹੜੇ ਆਉਣ ਵਾਲੇ ਦਿਨਾਂ 'ਚ ਜਿਹੜੀ ਡਿਲੀਵਰੀਜ਼ ਹੈ ਉਸ ਦੇ ਵਿੱਚ ਥੋੜ੍ਹਾ ਜਿਹੀ ਰੋਕ ਜਿਹੜੀ ਲੱਗ ਸਕਦੀ ਹੈ ਜਾਂ ਸਲੋ ਡਾਊਨ ਹੋ ਸਕਦਾ ਹੈ। ਖਾਸ ਤੌਰ ਤੇ ਜਿਹੜੀਆਂ ਦੂਜੇ ਦੇਸ਼ਾਂ ਤੋਂ ਪੈਕੇਜਸ ਆਉਂਦੇ ਨੇ, ਕਿਉਂਕਿ ਉਹ CBSA ਜਿਹੜੀ ਕੈਨੇਡਾ ਬਾਰਡਰ ਸਿਕਿਉਰਿਟੀ ਏਜੰਸੀ, ਉਹਨਾਂ ਨੇ ਉਹਨਾਂ ਨੂੰ ਸਕੈਨ ਕਰਨਾ ਹੁੰਦਾ ਹੈ। ਤੇ CBSE ਨੇ ਆਪਣੇ ਮੁਲਾਜ਼ਮ ਜਿਹੜੇ ਉਹ ਉੱਥੋਂ ਵਾਪਸ ਬੁਲਾ ਲਏ ਨੇ ਕਰੋਨਾ ਦੇ ਕਰਕੇ, ਤੇ ਇਸ ਕਰਕੇ ਉਹ ਸਕੈਨਿੰਗ ਉੱਥੇ ਨਹੀਂ ਹੋ ਰਹੀ। ਤੋ ਸਥਿਤੀ ਕਈ ਜਗ੍ਹਾ ਤੇ ਬੜੀ ਹਜੇ ਵੀ ਗੰਭੀਰ ਬਣੀ ਹੋਈ ਹੈ, ਔਰ ਸਟੇ ਐਟ ਹੋਮ ਦੇ ਆਰਡਰਸ ਨੂੰ ਆਪਾਂ ਨੂੰ ਪਾਲਣ ਕਰਨਾ ਚਾਹੀਦਾ ਹੈ ਜਦੋਂ ਤੱਕ ਜਿਹੜਾ ਵੈਕਸੀਨੇਸ਼ਨ ਰੋਲ ਆਊਟ ਹੈ ਜਿਹੜਾ ਉਹ ਤੇਜ਼ੀ ਨਾਲ ਸ਼ੁਰੂ ਨਹੀਂ ਹੋ ਜਾਂਦਾ ਔਰ ਆਮ ਲੋਕਾਂ ਨੂੰ ਵੈਕਸੀਨੇਸ਼ਨ ਮਿਲਣੀ ਸ਼ੁਰੂ ਨਹੀਂ ਹੋ ਜਾਂਦੀ। ਤੋ ਉਹ ਵੈਕਸੀਨੇਸ਼ਨ ਰੋਲ ਆਊਟ ਜਿਸ ਤਰ੍ਹਾਂ ਹੀ ਅੱਗੇ ਵਧੇਗਾ, ਕੇਸਿਸ ਵੀ ਘਟਣਗੇ ਔਰ ਸਟੇ ਐਟ ਹੋਮ ਨਾਲ ਵੀ ਘਟਣਗੇ। ਉਸੇ ਤਰ੍ਹਾਂ ਹੀ ਜਿਹੜੀ ਗਵਰਨਮੈਂਟ ਹੈ ਇਹ ਇਸ ਨੂੰ ਈਜ਼ ਆਊਟ ਕਰੇਗੀ। ਸੋ ਆਪਾਂ ਕਰੋਨਾ ਦੀ ਆਪਣੀ ਰਿਪੋਰਟ ਦੇ ਵਿੱਚ ਦੇਖਦੇ ਹਾਂ ਕਿ ਕੀ ਸਥਿਤੀ ਇਸ ਵੇਲੇ ਕੈਨੇਡਾ ਦੇ ਵਿੱਚ ਕਰੋਨਾ ਦੀ ਔਰ ਕੇਸਿਸ ਕਿਸ ਤਰ੍ਹਾਂ ਰਿਪੋਰਟ ਹੋ ਰਹੇ ਨੇ। ontario 'ਚ ਅੱਜ 2359 ਕੋਵਿਡ ਦੇ ਕੇਸ ਰਿਪੋਰਟ ਕੀਤੇ ਗਏ ਅਤੇ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 52 ਦੱਸੀ ਜਾ ਰਹੀ ਹੈ। ਰਾਹਤ ਦੀ ਗੱਲ ਇਹ ਹੈ ਕਿ ਸਟੇ ਐਟ ਹੋਮ ਦੇ ਆਰਡਰ ਤੋਂ ਬਾਅਦ ਸੂਬੇ ਦੇ ਵਿੱਚ ਹੌਲੀ-ਹੌਲੀ ਕੋਵਿਡ ਦੇ ਕੇਸਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜੇਕਰ ਗੱਲ ਕਰੀਏ ਕੱਲ੍ਹ ਦੀ, ਤਾਂ ਸੂਬੇ ਦੇ ਵਿੱਚ ਕੱਲ੍ਹ 2662 ਕੇਸ ਦੇਖਣ ਨੂੰ ਮਿਲੇ, ਜੋ ਅੱਜ ਸਾਹਮਣੇ ਆਏ ਕੇਸਾਂ ਨਾਲੋਂ ਥੋੜੇ ਜ਼ਿਆਦਾ ਨੇ। ਜ਼ਿਕਰਯੋਗ ਹੈ ਕਿ ਇਸ ਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਸੰਖਿਆ 3025 ਦੱਸੀ ਜਾ ਰਹੀ ਹੈ ਅਤੇ ਪੂਰੇ ਸੂਬੇ ਦੇ ਵਿੱਚ ਇਸ ਵਕਤ 24545 ਐਕਟਿਵ ਕੇਸ ਦੱਸੇ ਜਾ ਰਹੇ ਨੇ, ਜਿਨ੍ਹਾਂ ਨੂੰ ਜਲਦ ਹੀ ਰਿਕਵਰ ਕਰ ਲਿਆ ਜਾਵੇਗਾ। ਦੱਸ ਦਈਏ ਕਿ ਪਿਛਲੇ 24 ਘੰਟਿਆਂ ਦੌਰਾਨ ਪੂਰੇ ਸੂਬੇ ਦੇ ਵਿੱਚ 63400 ਕੋਵਿਡ ਦੇ ਟੈਸਟ ਕੀਤੇ ਜਾ ਚੁੱਕੇ ਨੇ, ਜਿਸ ਨੇ ਸਰਕਾਰ ਵੱਲੋਂ ਰੱਖੇ 50000 ਪ੍ਰਤੀ ਦਿਨ ਦੇ ਟੀਚੇ ਨੂੰ ਵੀ ਪਿਛਾੜ ਦਿੱਤਾ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸਭ ਤੋਂ ਜ਼ਿਆਦਾ ਕੇਸ ਟੋਰਾਂਟੋ 'ਚ ਦੇਖਣ ਨੂੰ ਮਿਲੇ, ਜਿੱਥੇ ਟੋਰਾਂਟੋ ਦੇ ਵਿੱਚ 708, ਉੱਥੇ ਹੀ ਪੀਲ ਦੇ ਵਿੱਚ 422 ਅਤੇ ਯਾਰਕ ਰੀਜਨ ਦੇ ਵਿੱਚ 220 ਕੋਵਿਡ ਦੇ ਕੇਸ ਸਾਹਮਣੇ ਆਏ ਨੇ। ਪ੍ਰੋਵਿੰਸ਼ੀਅਲ ਹੈਲਥ ਅਧਿਕਾਰੀਆਂ ਦੇ ਮੁਤਾਬਿਕ ਸੂਬੇ ਦੇ ਹਸਪਤਾਲਾਂ ਦੇ ਵਿੱਚ ਇਸ ਸਮੇਂ ਵਾਇਰਸ ਨਾਲ ਲੜਨ ਵਾਲਿਆਂ ਦੀ ਗਿਣਤੀ 1501 ਦੱਸੀ ਜਾ ਰਹੀ ਹੈ, ਜਿਨ੍ਹਾਂ ਦੇ ਵਿੱਚੋਂ 395 ਲੋਕ ICU ਦੇ ਵਿੱਚ ਰੱਖੇ ਗਏ ਨੇ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਤੇ 299 ਲੋਕ ਵੈਂਟੀਲੇਟਰ ਦੀ ਮਦਦ ਨਾਲ ਸਾਹ ਲੈ ਰਹੇ ਨੇ। ਦੋਸਤੋ, ਆਪਣੀ ਅਗਲੀ ਖਬਰ ਅਮਰੀਕਾ ਦੇ ਨਾਲ ਸੰਬੰਧਿਤ ਹੈ। ਆਪਾਂ ਸਾਰਿਆਂ ਨੇ ਪਿਛਲੇ ਹਫ਼ਤੇ ਦੇਖਿਆ ਕਿ ਅਮਰੀਕਾ ਦੇ ਵਿੱਚ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਆ ਚੁੱਕੀ ਹੈ, ਸਹੁੰ ਚੁੱਕੀ ਹੈ ਰਾਸ਼ਟਰਪਤੀ ਦੇ ਤੌਰ ਤੇ ਡਾਕਟਰ ਜੋ ਬਾਈਡਨ ਨੇ,
ਤੇ ਉਹਨਾਂ ਦੇ ਨਾਲ ਜਿਹੜੇ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਜਿਹੜੀ ਸਹੁੰ ਚੁੱਕੀ ਹੈ ਕਮਾਲਾ ਹੈਰਿਸ ਨੇ। ਸੋ ਦੋਨਾਂ ਨੇ ਸਹੁੰ ਚੱਕ ਲਈ ਹੈ ਪਿਛਲੇ ਹਫਤੇ ਤੇ ਉਹਨਾਂ ਨੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। 17 ਦੇ ਕਰੀਬ ਐਗਜ਼ੀਕਿਊਟਿਵ ਆਰਡਰਸ ਜਿਹੜੇ ਆਉਂਦਿਆਂ ਹੀ ਜੋ ਬਾਈਡਨ ਉਹਨਾਂ ਨੇ ਪਾਸ ਕਰ ਦਿੱਤੇ ਨੇ ਤੇ ਉਹਨਾਂ ਦਾ ਬੜਾ ਵੱਡਾ ਪ੍ਰਭਾਵ ਹੈ ਅਮਰੀਕਾ ਦੇ ਉੱਤੇ ਵੀ ਔਰ ਨਾਲ ਦੀ ਨਾਲ ਵਿਸ਼ਵ ਦੇ ਉੱਤੇ ਵੀ। ਸੋ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਬਹੁਤ ਮਹੱਤਵਪੂਰਨ ਆਰਡਰਸ ਬਾਰੇ ਆਪਾਂ ਗੱਲ ਕਰਦੇ ਹਾਂ, ਪਰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੀਤੇ ਯਾਰ ਟਰੱਕ ਅੱਜ ਫਿਰ ਖਰਾਬ ਹੋ ਗਿਆ। ਮੈਂ ਤੇ ਪਹਿਲਾਂ ਹੀ ਕਿਹਾ ਸੀ ਕਿ ਇਹਨੂੰ ਈਸਟ ਕੋਸਟ ਡੀਜ਼ਲ ਟਰੱਕ ਸੈਂਟਰ ਤੇ ਲੈ ਕੇ ਜਾਓ, ਜਿੱਥੇ ਸਰਟੀਫਾਈਡ 30 ਸਾਲਾਂ ਤੋਂ ਵੱਧ ਤਜਰਬੇ ਵਾਲੇ ਮਕੈਨਿਕਾਂ ਦੀ ਟੀਮ ਤੁਹਾਡੇ ਟਰੱਕ ਦੀ ਹਰ ਤਰ੍ਹਾਂ ਦੀ ਰਿਪੇਅਰ, ਆਇਲ ਤੇ ਫਿਲਟਰ ਚੇਂਜ, ਡਾਇਗਨੋਸਟਿਕ, ਇਲੈਕਟ੍ਰਿਕ ਡਾਇਗਨੋਜ਼, ਇੰਜਨ ਅਤੇ ਟਰਾਂਸਮਿਸ਼ਨ ਦੀ ਰੀਬਿਲਡ ਕਰਦੀ ਏ। ਹਰ ਮੇਕ ਅਤੇ ਮਾਡਲ ਦੇ ਟਰੱਕਾਂ ਦੀ ਰਿਪੇਅਰ ਲਈ ਪਹੁੰਚੋ ਈਸਟ ਕੋਸਟ ਡੀਜ਼ਲ ਟਰੱਕ ਸੈਂਟਰ ਤੇ ਜਾਂ ਕਾਲ ਕਰੋ 9055640002। At Atlantic Immigration, we have over 15 years of experience assisting clients with their immigration matters. ਭਾਵੇਂ ਵਰਕ ਪਰਮਿਟ, ਸਟੱਡੀ ਪਰਮਿਟ, ਸਪਾਊਸ ਸਪਾਂਸਰਸ਼ਿਪ, ਇਨਵੈਸਟਰ ਕਲਾਸ ਜਾਂ ਰਿਫਿਊਜੀ ਕਲੇਮ, ਤੁਸੀਂ ਸਾਨੂੰ ਮੁਫਤ ਸਲਾਹ ਲਈ ਕੰਟੈਕਟ ਕਰ ਸਕਦੇ ਹੋ at 9053620202। ਜੇ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਇਮੀਗ੍ਰੇਸ਼ਨ ਕੇਸ ਰਿਫਿਊਜ਼ ਹੋ ਗਿਆ ਹੈ, ਅਪੀਲ ਕਰਨਾ ਤੁਹਾਡਾ ਹੱਕ ਹੈ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਫॉर ਫ੍ਰੀ ਕੰਸਲਟੇਸ਼ਨ at 9053620202। अपने घर के खाने में कुछ अलग ही बात होती है, चाहे वो मक्खन वाली दाल हो या घी वाली इडलियां। आखिर वैरायटी भी तो जरूरी है ना। और जब टाइम ना मिले तब क्या? खाना जो भी हो, ब्राड्स का स्वाद और अपनों का साथ हमेशा आपके साथ रहेगा। ब्राड्स, फूड कल्चर ऑफ इंडिया।